क्योंकि देखो आप अपने सिर ਨੂੰ ਪ੍ਰੋਟੈਕਟ ਕਰਨਾ ਸਭ ਤੋਂ ਪਹਿਲਾਂ ਆ। ਆਪਾਂ ਹੈਲਮਟ ਪਾਉਂਦੇ ਆ ਕਿਉਂਕਿ ਆਪਾਂ ਇੱਥੇ ਦੇ ਟ੍ਰੈਫਿਕ ਪੁਲਿਸ ਤੋਂ ਬਚ ਸਕੀਏ। ਬਟ ਦੇਖੀਏ ਆਪਾਂ ਹੈਲਮਟ ਜਦੋਂ ਵੀ ਪਾਉਣਾ ਹੈ ਵਧੀਆ ਕੁਆਲਿਟੀ ਦਾ ਪਾਓ। तो हैलमेट जो मैं पा के बेल्ट लगा के रखूँगा तो ये हैलमेट मेरे सिर तो नहीं डिगूगा, क्योंकि जो मैं हैलमेट पाऊँगा तो ये मेरे सिर तो बाहर नहीं आऊगा। जो ये हैलमेट का मैं बेल्ट नहीं लगाऊंगा सब तो पहला मेरे हैलमेट ने मेरे तो बाहर आना, जिहदे करके मेरा एक्सीडेंट हो जाना। तो मेरे हैलमेट पाने का कोई फायदा नहीं। आप कई बार कपड़ा बन लेने उदा ना कोई काम नहीं करना, क्योंकि वह कोई फायदा नहीं होता जी। क्योंकि कई बार क्या होता कि मेरी मोरली इंडीकेटर जलती है तो पिछली नहीं जलती है, जिहदे करके सानू लगता कि असीं इंडीकेटर ऑन किया होया तो पिछे वाले नूं लगता कि असीं इंडीकेटर ऑन है, बट उन्होंने पता नहीं लगता, जिहदे करके इहदा भी एक्सीडेंट होने का चांस है। जो साडा ध्यान गड्डी दे उत्ते होऊगा असीं बहुत वधिया ड्राइव करांगे, जो थोड़ा जिहा ध्यान इधर उधर गया साडा एक्सीडेंट होना लाजमी है। आप जे हाईवेज़ की गल करिए, आप जे ट्रैफिक दे विच गल करिए, जे आपां टर्न लैना होवे तो सब तो पहला असीं पिछे मुड़ के देखदे हां। जे मान लो मीरर्स लग्या रहोगे तो मैनूं मुड़न की जरूरत नहीं पैनी। अपने टायर के ब्रेक्स वगैरह जरूर चैक करो, क्योंकि सब तो मेन इंपॉर्टेंट साडा ब्रेक है जिहड़ा सानूं रोकण दे विच काम आउंदा है। वो चीज़ सब तो ज़्यादा इंपॉर्टेंट है, सानूं मिरर्स नहीं हटाने चाहिए है। वो साडे एक्सीडेंट नूं बहुत ज़्यादा बचा के रखते हैं। वो स्पीड लिमिट है, ਇਹਦਾ मतलब ਹੁੰਦਾ स्पीड लिमिट। ये सारे जिन्ने भी साइंस से पता होने जरूरी है। ਉਹਦਾ मतलब ਹੁੰਦਾ नो एंट्री, ਆਪਾਂ ਹੁਣ ਅੱਗੇ नहीं जा सकते हैं। सत श्री अकाल, तुसीं देख रहे हो 10 सिटी हैडलाइनस। मैं तुहाडा दोस्त गगन समाद। दोस्तों अज तुहाडे नाल कुछ अहम जानकारियां जिहड़ियां ਉਹ ਸਾਂਝੀਆਂ ਕਰਨੀਆਂ कि तुसीं टू व्हीलर जिद्दां ही चलाउंदे हो ਤਾਂ ਉਸ ਨੂੰ ਚਲਾਉਣ ਸਮੇਂ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦੀਆਂ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ, ਕਿਸ ਤਰ੍ਹਾਂ ਦੀਆਂ ਸਾਨੂੰ ਸਾਵਧਾਨੀਆਂ ਜਿਹੜੀਆਂ ਵਰਤਣੀਆਂ ਚਾਹੀਦੀਆਂ ਤੇ ਤੁਹਾਨੂੰ ਹੈਲਮਟ ਜਿਹੜਾ ਹੈ ਉਹ ਕਿੰਨਾ ਕੁ ਪਾਉਣਾ ਲਾਜ਼ਮੀ ਹੈ। ਇਸ ਸੰਬੰਧੀ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਪੰਕਜ ਜੀ, ਲੁਧਿਆਣਾ ਦੇ ਚਿਲਡਰਨ ਟ੍ਰੈਫਿਕ ਟ੍ਰੇਨਿੰਗ ਸੈਂਟਰ 'ਚ ਮੌਜੂਦ ਆ ਤੇ ਪੰਕਜ ਜੀ ਸਾਡੇ ਨਾਲ ਮੌਜੂਦ ਨੇ, ਉਹ ਤੁਹਾਨੂੰ ਦੱਸਣਗੇ ਇਸ ਬਾਰੇ। ਪੰਕਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਮੇਰਾ ਨਾਮ ਪੰਕਜ ਕੁਮਾਰ ਹੈ ਤੇ ਮੈਂ ਇੱਥੇ ਚਿਲਡਰਨ ਟ੍ਰੈਫਿਕ ਟ੍ਰੇਨਿੰਗ ਪਾਰਕ ਦੇ ਵਿੱਚ ਸੇਫਟੀ ਕੋਆਰਡੀਨੇਟਰ ਹਾਂ। ਪੰਕਜ ਜੀ, ਜਦੋਂ ਅਸੀਂ ਮੋਟਰਸਾਈਕਲ ਚਲਾਉਂਦੇ ਹਾਂ, ਟੂ ਵੀਲਰ ਦੀ ਅਸੀਂ ਗੱਲ ਕਰ ਲਈਏ, ਟੂ ਵੀਲਰ ਅਸੀਂ ਚਲਾਉਂਦੇ ਹਾਂ, ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਜਿਹੜੀਆਂ ਵਰਤਣੀਆਂ ਚਾਹੀਦੀਆਂ? ਠੀਕ ਹੈ ਜੀ, ਟੂ ਵੀਲਰ ਜਦੋਂ ਆਪਾਂ ਚਲਾਉਂਦੇ ਹਾਂ ਸਭ ਤੋਂ ਪਹਿਲਾਂ ਹੀ ਦੇਖੋ ਜੀ ਸਾਨੂੰ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਜੀ। ਹੈਲਮਟ ਜਿਹੜਾ ਬੰਦਾ ਡਰਾਈਵ ਕਰ ਰਿਹਾ ਉਹੀ ਨਹੀਂ, ਜਿਹੜਾ ਪੀਲੀਅਨ ਹੈ ਉਹਨੂੰ ਵੀ ਪਾਉਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਆਪਣੇ ਟੂ ਵੀਲਰ 'ਤੇ ਬਹਿੰਦੇ ਹਾਂ ਤਾਂ ਜਦੋਂ ਐਕਸੀਡੈਂਟ ਹੁੰਦਾ ਹੈ ਤੇ ਡਰਾਈਵਰ ਦੇ ਨਾਲ ਪਿੱਛੇ ਜਿਹੜਾ ਪਰਸਨ ਬੈਠਾ ਹੋਊਗਾ ਉਹ ਵੀ ਡਿੱਗੂਗਾ, ਤੇ ਜਿੰਨੀਆਂ ਸੱਟਾਂ ਉਹਦੇ ਲੱਗਣਗੀਆਂ ਉਹਦੀਆਂ ਸੱਟਾਂ ਉਹਨੇ ਵੀ ਲੱਗਣਗੀਆਂ। ਤਾਂ ਸਾਨੂੰ ਦੋਵਾਂ ਨੂੰ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਜੀ। ਹੈਲਮਟ ਹਮੇਸ਼ਾ ਵਧੀਆ ਪਾਉਣਾ ਚਾਹੀਦਾ, ਵਧੀਆ ਕੁਆਲਿਟੀ ਦਾ। ਪੰਕਜ ਜੀ, ਜੇ ਅਸੀਂ ਗੱਲ ਕਰ ਲਈਏ ਹੈਲਮਟ ਦੀ, ਤਾਂ ਹੈਲਮਟ ਸਾਨੂੰ ਕਿਹੜੀ ਕੰਪਨੀ ਦਾ ਪਾਉਣਾ ਚਾਹੀਦਾ ਜੋ ਸਭ ਤੋਂ ਜ਼ਿਆਦਾ ਬੈਸਟ ਹੋਵੇ, ਉਹਦੇ ਬਾਰੇ ਜ਼ਰੂਰ ਰਾਏ ਸਾਂਝੀ ਕਰੋ। देखो जी, हैलमेट आप किसी भी कंपनी का पा सकते हैं जी, बहुत वधिया वधिया कंपनीज होती हैं उन्होंने पा सकते हैं, बट ये ध्यान रखना कि हैलमेट जो ISI मार्क का होना चाहिए है। ISI मार्क हैलमेट का जोड़ा मेन है, क्योंकि देखिए तुसीं बाहर भी बहुत सारे हैलमेट्स बेचते हैं, बहुत सारे लोग ने जो हैलमेट्स परचेस करते हैं। मैं तुहानूं एक हैलमेट की एक कॉपी दिखा देना। देखो साडे तो ये साडे मतलब कि जो हैलमेट मैं यूज़ करता इत्थे दे जिहड़े आपां ਇੰਪਲੋਇਜ਼ ਨੂੰ ਆਪਾਂ ਯੂਜ਼ ਕਰਾਉਂਦੇ ਆ, ਜਿਹੜੇ ਤੇ ਟ੍ਰੇਨਿੰਗ ਕਰਨ ਆਉਂਦੇ ਆ ਉਹਨਾਂ ਨੂੰ ਆਪਾਂ ਇਹ ਹੈਲਮਟ ਯੂਜ਼ ਕਰਨ ਨੂੰ ਦਿੰਦੇ ਆ। ਹੈਲਮਟ ਦੋ ਤਰ੍ਹਾਂ ਦੇ ਹੁੰਦੇ ਆ ਜੀ, ਇੱਕ ਹੁੰਦੇ ਆ ਫੁੱਲ ਫੇਸ, ਇੱਕ ਹੁੰਦੇ ਆ ਹਾਫ ਫੇਸ। ਫੁੱਲ ਫੇਸ ਦਾ ਵੀ ਹੈਲਮਟ ਜ਼ਰੂਰੀ ਹੈ ਤੇ ਹਾਫ ਫੇਸ ਵਾਲੇ ਵੀ ਹੈਲਮਟ, ਕਿਉਂਕਿ ਦੇਖੋ ਆਪਾਂ ਆਪਣੇ ਸਿਰ ਨੂੰ ਪ੍ਰੋਟੈਕਟ ਕਰਨਾ ਸਭ ਤੋਂ ਪਹਿਲਾਂ ਆ। ਆਪਾਂ ਹੈਲਮਟ ਪਾਉਂਦੇ ਆ ਕਿਉਂਕਿ ਆਪਾਂ ਇੱਥੇ ਦੇ ਟ੍ਰੈਫਿਕ ਪੁਲਿਸ ਤੋਂ ਬਚ ਸਕੀਏ। ਬਟ ਦੇਖੀਏ ਆਪਾਂ ਹੈਲਮਟ ਜਦੋਂ ਵੀ ਪਾਉਣਾ ਵਧੀਆ ਕੁਆਲਿਟੀ ਦਾ ਪਾਓ, ISI ਮਾਰਕ ਦਾ ਪਾਓ ਜ਼ਰੂਰ। ਉਹਦੇ ਵਿੱਚ ਦੇਖੋ ISI ਮਾਰਕ ਦੇ ਵਿੱਚ ਵੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਓਰੀਜਨਲ ਹੈ ਕਿ ਨਹੀਂ ਹੈ। ਇਹਦੇ ਉੱਤੇ ਨੇ ਕੋਡ ਲਿਖਿਆ ਹੁੰਦਾ 4151 ਕਰਕੇ। ਇਹ ਕੋਡ ਦੇ ਅਕੋਰਡਿੰਗ ਜਿਹੜਾ ਹੈ ISI ਮਾਰਕ ਹੈਲਮਟ ਕਿਸੇ ਵੀ ਕੰਪਨੀ ਦਾ ਜਿਹੜਾ ISI ਮਾਰਕ ਹੋਊਗਾ ਉਹ ਇਹੀ ਕੋਡ ਦਿੱਤਾ ਜਾਊਗਾ। ਤੇ ਹੈਲਮਟ ਹਮੇਸ਼ਾ ਵਧੀਆ ਕੁਆਲਿਟੀ ਦਾ ਪਾਓ। ਹੈਲਮਟ ਪਾਉਣ ਤੋਂ ਬਾਅਦ ਦੋ ਚੀਜ਼ਾਂ ਦਾ ਧਿਆਨ ਦੇਣਾ। ਪਹਿਲਾਂ ਤਾਂ ਇਹ ਜਿਹੜੀ ਇਹਦੀ ਬਕਲਸ ਹੈ ਉਹ ਹਮੇਸ਼ਾ ਲਗਾ ਕੇ ਰੱਖਣੀ ਚਾਹੀਦੀ ਹੈ। ਇਹਦੇ ਨਾਲ ਲਗਾਉਣ ਤੋਂ ਬਾਅਦ ਕੀ ਹੋਣਾ ਕਿ ਜੇ ਮੰਨ ਲਓ ਮੈਂ ਟੂ ਵੀਲਰ ਚਲਾ ਰਿਹਾ ਅਤੇ ਜੇ ਮੰਨ ਲਓ ਮੇਰਾ ਐਕਸੀਡੈਂਟ ਹੁੰਦਾ ਆ, ਅਤੇ ਹੈਲਮਟ ਜਦੋਂ ਮੈਂ ਪਾ ਕੇ ਬੈਲਟ ਲਗਾ ਕੇ ਰੱਖੂੰਗਾ ਤਾਂ ਇਹ ਹੈਲਮਟ ਮੇਰੇ ਸਿਰ ਤੋਂ ਨਹੀਂ ਡਿੱਗੂਗਾ, ਕਿਉਂਕਿ ਜਦੋਂ ਮੈਂ ਹੈਲਮਟ ਪਾਊਂਗਾ ਤਾਂ ਇਹ ਮੇਰੇ ਸਿਰ ਤੋਂ ਬਾਹਰ ਨਹੀਂ ਆਊਗਾ। ਜਦੋਂ ਇਹ ਹੈਲਮਟ ਦਾ ਮੈਂ ਬੈਲਟ ਨਹੀਂ ਲਗਾਊਂਗਾ ਸਭ ਤੋਂ ਪਹਿਲਾਂ ਮੇਰੇ ਹੈਲਮਟ ਨੇ ਮੇਰੇ ਤੋਂ ਬਾਹਰ ਆਉਣਾ, ਜਿਹਦੇ ਕਰਕੇ ਮੇਰਾ ਐਕਸੀਡੈਂਟ ਹੋ ਜਾਣਾ, ਅਤੇ ਮੇਰੇ ਹੈਲਮਟ ਪਾਉਣ ਦਾ ਕੋਈ ਫਾਇਦਾ ਨਹੀਂ। ਦੂਜੀ ਗੱਲ, ਆਪਾਂ ਜਦੋਂ ਹੈਲਮਟ ਪਾਉਂਦੇ ਹਾਂ
ਇਹਦੇ ਮੀਟਰਸ ਨੂੰ ਹਮੇਸ਼ਾ ਡਾਊਨ ਰੱਖਣਾ, ਕਿਉਂਕਿ ਜਿਹੜੇ ਡਸਟ, ਕਿਉਂਕਿ ਅੱਜ ਕੱਲ੍ਹ ਦੇਖਦੇ ਸ਼ਹਿਰਾਂ 'ਚ ਕੰਸਟਰਕਸ਼ਨ ਦਾ ਕੰਮ ਬਹੁਤ ਹੈ, ਮੱਛਰ ਵਗੈਰਾ, ਕੀੜੇ ਵਗੈਰਾ ਬਹੁਤ ਉੱਡਦੇ ਨੇ ਸ਼ਾਮ ਦੇ ਆਪਾਂ ਜਦੋਂ ਟਰੈਵਲ ਕਰਦੇ ਹਾਂ, ਉਸ ਚੀਜ਼ ਤੋਂ ਬਚਾ ਰੱਖਦੇ ਨੇ। ਆਪਾਂ ਕਈ ਵਾਰ ਕੱਪੜਾ ਬੰਨ੍ਹ ਲੈਂਦੇ ਹਾਂ, ਉਹਦਾ ਨਾ ਕੋਈ ਕੰਮ ਨਹੀਂ ਕਰਨਾ, ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜੀ। ਹਮੇਸ਼ਾ ਇਹੀ ਚੀਜ਼ ਪਾ ਕੇ ਰੱਖੋ ਅਤੇ ਵਧੀਆ ਤਰ੍ਹਾਂ ਲਗਾ ਕੇ ਰੱਖੋ, ਜਿਹਦੇ ਕਰਕੇ ਤੁਹਾਨੂੰ ਕੋਈ ਡਿਸਟਰਬੈਂਸ ਨਾ ਹੋ, ਕਿਉਂਕਿ ਜਦੋਂ ਆਪਾਂ ਇਹ ਲਗਾ ਕੇ ਰੱਖਦੇ ਹਾਂ ਸਾਨੂੰ ਵਿਜ਼ੀਬਿਲਿਟੀ ਵੀ ਸਾਨੂੰ ਵਧੀਆ ਦਿਖਦੀ ਹੈ। ਆਪਾਂ ਜੇ ਥੋੜ੍ਹਾ ਬਹੁਤ ਗੱਡੀ 40-50 ਦੀ ਸਪੀਡ ਤੋਂ ਵੱਧ ਚਲਾਉਂਦੇ ਹਾਂ, 60 ਦੀ ਸਪੀਡ 'ਚ, ਤਾਂ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ। ਅਤੇ ਜੇ ਆਪਾਂ ਡਿੱਗਦੇ ਹਾਂ ਤਾਂ ਸਾਡੇ ਹੈਲਮਟ ਹਮੇਸ਼ਾ ਬਚਾਓ ਰੱਖਦੇ ਆ। ਸੋ ਪੰਕਜ ਜੀ, ਹੈਲਮਟ ਦੇ ਨਾਲ ਜਦੋਂ ਅਸੀਂ ਟੂ ਵੀਲਰ ਚਲਾਉਂਦੇ ਹਾਂ, ਹੋਰ ਕਿਹੜੀਆਂ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ? ਸਰ, ਹੈਲਮਟ ਦੇ ਨਾਲ ਸਭ ਤੋਂ ਪਹਿਲਾਂ ਆਪਣੀ ਗੱਡੀ ਦਾ ਸਭ ਤੋਂ ਜਿਹੜਾ ਮੇਨ ਕੰਮ ਹੈ ਉਹ ਇਹ ਹੈ ਕਿ ਆਪਣੀ ਗੱਡੀ ਨੂੰ ਪਹਿਲਾਂ ਚੈੱਕ ਕਰਨਾ ਚਾਹੀਦਾ। ਸਵੇਰੇ ਉੱਠਣ ਤੋਂ ਆਪਾਂ ਕੀ ਕਰਦੇ ਹਾਂ, ਸਵੇਰੇ ਉੱਠਦੇ ਹਾਂ, ਸੈਲਫ ਲਗਾ ਕੇ ਆਪਣੀ ਗੱਡੀ ਨੂੰ ਸਟਾਰਟ ਕਰ ਲੈਣਾ। ਬਟ ਦੇਖੋ ਜਦੋਂ ਆਪਾਂ ਕੋਈ ਵੀ ਟੂ ਵੀਲਰ ਲੈਂਦੇ ਹਾਂ, ਉਹ ਹਮੇਸ਼ਾ 8 ਘੰਟੇ ਜਾਂ 7 ਘੰਟੇ ਰਾਤ ਨੂੰ ਖੜੀ ਸਟੇ ਰਹਿੰਦੀ ਹੈ। ਸਭ ਤੋਂ ਪਹਿਲਾਂ ਆਪਾਂ ਉਹਨੂੰ ਕਿੱਕ ਤੋਂ ਸਟਾਰਟ ਕਰਨਾ, ਜਿਹਦੇ ਕਰਕੇ ਇੰਜਨ ਦੀ ਆਪਣੀ ਈਅਰ ਵਧੇ ਟਾਈਮ ਉਹਦਾ ਜਿਹੜਾ ਹੁੰਦਾ ਉਹ ਵੱਧ ਜਾਂਦਾ ਆ। ਦੂਜੀ ਗੱਲ, ਆਪਣੇ ਹਮੇਸ਼ਾ ਦੋਨੋਂ ਟਾਇਰਾਂ ਦੇ ਪ੍ਰੈਸ਼ਰ ਜ਼ਰੂਰ ਚੈੱਕ ਕਰੋ। ਟਾਇਰ ਦਾ ਇਹ ਵੀ ਚੈੱਕ ਕਰੋ ਕਿ ਟਾਇਰ ਪੂਰੇ ਗੰਜੇ ਤਾਂ ਨਹੀਂ ਹੈਗਾ, ਬਲੈਕ ਟਾਇਰ ਤਾਂ ਨਹੀਂ ਹੈਗੇ, ਮਤਲਬ ਕਿ ਪਲੇਨ ਟਾਇਰ ਤਾਂ ਨਹੀਂ ਹੈਗੇ। ਉਹਦੇ ਵਿੱਚ ਇੱਕ TWI ਪੁਆਇੰਟ ਹੁੰਦਾ ਆ, ਉਹਦਾ ਮਤਲਬ ਹੁੰਦਾ ਟਾਇਰ ਵੇਟ ਇੰਡੀਕੇਸ਼ਨ, ਮਤਲਬ ਕਿ ਉਹਦੇ ਵਿੱਚ ਜਿਹੜੇ ਬਬਲਸ ਹੁੰਦੇ ਆ, ਜਿਹੜੇ ਨਿਸ਼ਾਨ ਗਿੱਟੇ ਹੁੰਦੇ ਆ, ਉਹ ਕਿਸੇ ਨਾ ਹੋਣ, ਪੂਰੇ ਪਲੇਨ ਨਾ ਹੋਣ, ਜਿਹਦੇ ਕਰਕੇ ਸਹੀ ਟਾਈਮ ਟਾਇਰ ਚੱਲਿਆ ਰਹੂਗਾ। ਜਦੋਂ ਆਪਾਂ ਬ੍ਰੇਕ ਲਗਾਵਾਂਗੇ ਟਾਇਰ ਫਿਸਲੂਗੇ ਨਹੀਂ। ਬਟ ਜੇ ਪਲੇਨ ਟਾਇਰ ਹੋਵੇ, ਆਪਾਂ ਬ੍ਰੇਕ ਲਗਾਵਾਂਗੇ ਉਹ ਸਲਿੱਪਰੀ ਹੋ ਜਾਓਗੇ, ਜਿਹਦੇ ਕਰਕੇ ਵੀ ਐਕਸੀਡੈਂਟ ਬਹੁਤ ਜ਼ਿਆਦਾ ਹੋ ਜਾਂਦੇ ਨੇ। ਟਾਇਰ ਚੈੱਕ ਕਰੋ, ਆਪਣੇ ਟਾਇਰਾਂ ਦੇ ਪ੍ਰੈਸ਼ਰ ਚੈੱਕ ਕਰੋ। ਦੂਜੀ ਗੱਲ, ਆਪਣੇ ਸਾਰੇ ਲਾਈਟਸ ਇੰਡੀਕੇਟਰਸ ਚੈੱਕ ਕਰੋ ਕਿ ਉਹ ਅੱਛੀ ਕੰਡੀਸ਼ਨ ਦੇ ਵਿੱਚ ਕੰਮ ਕਰ ਰਹੇ ਹੈ ਕਿ ਨਹੀਂ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਮੇਰੀ ਮੋਰਲੀ ਇੰਡੀਕੇਟਰ ਜਲਦੀ ਹੈ ਅਤੇ ਪਿਛਲੀ ਨਹੀਂ ਜਲਦੀ ਹੈ, ਜਿਹਦੇ ਕਰਕੇ ਸਾਨੂੰ ਲੱਗਦਾ ਕਿ ਅਸੀਂ ਇੰਡੀਕੇਟਰ ਔਨ ਕੀਤਾ ਹੋਇਆ ਆ ਅਤੇ ਪਿੱਛੇ ਵਾਲੇ ਨੂੰ ਲੱਗਦਾ ਕਿ ਅਸੀਂ ਇੰਡੀਕੇਟਰ ਔਨ ਹੈ, ਬਟ ਉਹਨੂੰ ਪਤਾ ਨਹੀਂ ਲੱਗਦਾ, ਜਿਹਦੇ ਕਰਕੇ ਇਹਦਾ ਵੀ ਐਕਸੀਡੈਂਟ ਹੋਣ ਦਾ ਚਾਂਸਸ ਹੈ। ਅਤੇ ਸਾਨੂੰ ਇੰਡੀਕੇਟਰ, ਹੈਡਲਾਈਟਸ ਵਗੈਰਾ ਔਨ ਰਹਿਣੇ ਚਾਹੀਦੇ ਆ। ਤੀਸਰਾ, ਆਪਣੇ ਟੂ ਵੀਲਰ ਦਾ ਫਿਊਲ ਜ਼ਰੂਰ ਚੈੱਕ ਕਰੋ, ਕਿਉਂਕਿ ਕਈ ਵਾਰ ਆਪਾਂ ਲੌਂਗ ਡਰਾਈਵ 'ਤੇ ਜਾਂਦੇ ਹਾਂ, ਕਿਸੇ ਇਹੋ ਜਿਹੀ ਜਗ੍ਹਾ ਜਾਂਦੇ ਜਿੱਥੇ ਪੈਟਰੋਲ ਪੰਪ ਬਹੁਤ ਦੂਰ ਹੁੰਦਾ, ਤਾਂ ਸਾਨੂੰ ਮੋਟਰਸਾਈਕਲ ਨੂੰ ਧੱਕਾ ਲਗਾ ਕੇ ਲੈ ਕੇ ਜਾਣਾ ਪੈਂਦਾ। ਤੀਜੀ ਗੱਲ, ਆਪਣੇ ਟਾਇਰ ਦੇ ਬ੍ਰੇਕਸ ਵਗੈਰਾ ਜ਼ਰੂਰ ਚੈੱਕ ਕਰੋ, ਕਿਉਂਕਿ ਸਭ ਤੋਂ ਮੇਨ ਇੰਪੋਰਟੈਂਟ ਸਾਡਾ ਬ੍ਰੇਕ ਹੈ, ਜਿਹੜਾ ਸਾਨੂੰ ਰੋਕਣ ਦੇ ਵਿੱਚ ਕੰਮ ਆਉਂਦਾ ਆ। ਇਹ 4 ਚੀਜ਼ਾਂ ਚੈੱਕ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਟੂ ਵੀਲਰ 'ਤੇ ਬਹਿਨੇ ਕਿੱਦਾਂ ਆ। ਹਮੇਸ਼ਾ ਸ਼ੂਜ਼ ਪਾ ਕੇ ਬੈਠੋ, ਫੁੱਲ ਸਲਿਮ ਕੱਪੜੇ ਪਾ ਕੇ ਬੈਠੋ ਜੀ। ਕਈ ਵਾਰ ਆਪਾਂ ਸੈਂਡਲ, ਸਲਿਪਰੀਸ਼ ਜਾਂ ਇੱਦਾਂ ਦੀ ਚੀਜ਼ਾਂ ਪਾ ਕੇ ਬਹਿੰਦੇ ਹਾਂ, ਜਾਂ ਕਈ ਵਾਰ ਆਪਾਂ ਕੱਪੜੇ ਜਦੋਂ ਪਾ ਲੈਂਦੇ ਹਾਂ, ਆਪਾਂ ਟੂ ਵੀਲਰ 'ਤੇ ਬਹਿੰਦੇ ਤਾਂ ਆਪਾਂ ਆਪਣੇ ਕੱਪੜੇ ਨੂੰ ਸੈੱਟ ਕਰਨਾ ਸ਼ੁਰੂ ਕਰਦੇ, ਜਿੱਦਾਂ ਬਾਹਾਂ ਤੋਂ ਠੀਕ ਕਰਨਾ, ਆਪਣੇ ਪੈਂਟ ਨੂੰ ਠੀਕ ਕਰਨਾ, ਅਤੇ ਇੱਦਾਂ ਦਾ ਕੰਮ ਆਪਾਂ ਬਿਲਕੁਲ ਨਹੀਂ ਕਰਨਾ। ਕਿਉਂਕਿ ਦੇਖੋ, ਟੂ ਵੀਲਰ ਕੋਈ ਵੀ ਵਹੀਕਲਸ ਹੈ, ਚਾਹੇ ਉਹ 4 ਵੀਲਰ ਚਾਹੇ 2 ਵੀਲਰ, ਸਾਡਾ ਕੌਨਸਨਟ੍ਰੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਸਾਡਾ ਧਿਆਨ ਗੱਡੀ ਦੇ ਉੱਤੇ ਹੋਊਗਾ, ਅਸੀਂ ਬਹੁਤ ਵਧੀਆ ਡਰਾਈਵ ਕਰਾਂਗੇ। ਜਦੋਂ ਥੋੜ੍ਹਾ ਜਿਹਾ ਧਿਆਨ ਇੱਧਰ ਉੱਧਰ ਗਿਆ, ਸਾਡਾ ਐਕਸੀਡੈਂਟ ਹੋਣਾ ਲਾਜ਼ਮੀ ਹੈ। ਅਤੇ ਇਸ ਕਰਕੇ ਆਪਣੀ ਪੂਰੀ ਤਿਆਰੀ ਦੇ ਨਾਲ ਟੂ ਵੀਲਰ 'ਤੇ ਬੈਠੋ ਅਤੇ ਟੂ ਵੀਲਰ ਚਲਾਓ। ਇੱਕ ਪੁਆਇੰਟ ਹੋਰ ਵੀ ਹੈ ਕਿ ਜਦੋਂ ਆਪਾਂ ਟੂ ਵੀਲਰ, ਕੋਈ ਵੀ ਪਰਸਨ ਨया ਲੈਣ ਜਾਂਦਾ, ਜਾਂ ਫਿਰ ਕੋਈ ਵੀ ਪਰਸਨ ਟੂ ਵੀਲਰ ਲੈ ਕੇ ਘਰੇ ਆਉਂਦਾ, ਜਾਂ ਫਿਰ ਕੋਈ ਵੀ ਸਾਡੇ ਕੋਲ ਟੂ ਵੀਲਰ ਹੈਗੇ ਆ, ਆਪਾਂ ਮਿਰਰਸ ਹਟਾ ਦਿੰਦੇ ਹਾਂ, ਜਿਹੜੇ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਮਿਰਰਸ ਨੇ। ਆਪਾਂ ਜੇ ਹਾਈਵੇਜ਼ ਦੀ ਗੱਲ ਕਰੀਏ, ਆਪਾਂ ਜੇ ਟ੍ਰੈਫਿਕ ਦੇ ਵਿੱਚ ਗੱਲ ਕਰੀਏ, ਜੇ ਆਪਾਂ ਟਰਨ ਲੈਣਾ ਹੋਵੇ, ਤਾਂ ਸਭ ਤੋਂ ਪਹਿਲਾਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ। ਜੇ ਮੰਨ ਲਓ ਮਿਰਰਸ ਲੱਗਿਆ ਰਹੇਗਾ ਤਾਂ ਮੈਨੂੰ ਮੁੜਨ ਦੀ ਜ਼ਰੂਰਤ ਨਹੀਂ ਪੈਣੀ, ਆਪਾਂ ਜ਼ਰੂਰ ਮੁੜਨਾ। ਆਪਾਂ ਪਹਿਲਾਂ ਮਿਰਰਸ ਚੈੱਕ ਕਰਨਾ, ਮਿਰਰ ਚੈੱਕ ਕਰੋ ਕਿ ਜਿਹੜਾ ਤੁਹਾਡਾ ਟ੍ਰੈਫਿਕ ਹੈ ਉਹ ਤੁਹਾਡੇ ਕੋਲ ਕਿੰਨਾ ਕੁ ਦੂਰ ਹੈ। ਕਈ ਵਾਰ ਸਾਨੂੰ ਨਹੀਂ ਵਿਜ਼ੀਬਿਲਿਟੀ ਪਤਾ ਲੱਗਦੀ, ਤਾਂ ਆਪਾਂ ਇੱਕ ਵਾਰੀ ਆਪਣਾ ਰਾਈਟ ਜ਼ਰੂਰ ਦੇਖਣਾ ਆ। ਉਸ ਤੋਂ ਬਾਅਦ ਤੁਸੀਂ ਟਰਨ ਜਾਂ ਫਿਰ ਕਰੋ, ਕਿਉਂਕਿ ਮੈਂ ਦੇਖਿਆ ਹੋਇਆ, ਅਸੀਂ ਟ੍ਰੇਨਿੰਗ ਜਦੋਂ ਦੇਣ ਜਾਂਦੇ ਹਾਂ ਕਾਲਜਿਸ ਦੇ ਵਿੱਚ ਜਾਂ ਬਹੁਤ ਜਗ੍ਹਾ ਕਾਰਪੋਰੇਟ ਕਿਸੇ ਵੀ ਜਗ੍ਹਾ 'ਤੇ, ਅਤੇ ਉੱਥੇ ਦੇ ਕੀ ਲੋਕ ਹੈ ਜਿਹੜੇ ਟ੍ਰੈਫਿਕ ਦੇ ਜੋ ਆਪਣੇ ਮਿਰਰਸ ਨੇ ਉਹ ਲਗਾ ਦਿੰਦੇ ਨੇ ਵਹੀਕਲਸ 'ਤੇ। ਉਹ ਚੀਜ਼ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਸਾਨੂੰ ਮਿਰਰਸ ਨਹੀਂ ਹਟਾਉਣੇ ਚਾਹੀਦੇ ਹੈ। ਉਹ ਸਾਡੇ ਐਕਸੀਡੈਂਟ ਨੂੰ ਬਹੁਤ ਜ਼ਿਆਦਾ ਬਚਾ ਕੇ ਰੱਖਦੇ ਨੇ, ਜਿਹਦੇ ਕਰਕੇ ਸਾਨੂੰ ਪਤਾ ਹੋਵੇ ਕਿ ਸਾਡੇ ਪਿੱਛੋਂ ਕਿਹੜੇ ਵਹੀਕਲਸ ਆ ਰਹੇ ਨੇ। ਇਸ ਚੀਜ਼ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਆ। ਪੰਕਜ ਜੀ, ਇੱਕ ਜਿਹੜੇ ਰੋਡ ਸਾਈਨ ਲੱਗੇ ਹੁੰਦੇ ਆ, ਉਹਨਾਂ ਦਾ ਕਿੰਨਾ ਕੁ ਜਿਹੜਾ ਹੈਗਾ ਇੰਪੋਰਟੈਂਸ ਆਪਣੀ ਲਾਈਫ 'ਚ ਹੈਗੀ ਆ? ਦੇਖੋ ਜੀ, ਸਭ ਤੋਂ ਪਹਿਲਾਂ ਇੰਪੋਰਟੈਂਸ ਇਹ ਹੈ ਕਿ ਸਾਨੂੰ ਰੋਡ ਸਾਈਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਆਪਾਂ ਲਾਇਸੈਂਸ ਵਗੈਰਾ ਬਣਾਉਣ ਜਾਂਦੇ ਸਾਨੂੰ ਰੋਡ ਸਾਈਨ ਵੀ ਉੱਥੇ ਪੁੱਛੇ ਜਾਂਦੇ ਨੇ। ਦੂਜੀ ਗੱਲ ਇਹ ਹੈ, ਰੋਡ ਸਾਈਨ ਦਾ ਪਤਾ ਹੋਣਾ ਬਹੁਤ ਜ਼ਰੂਰੀ ਇਸ ਕਰਕੇ ਵੀ, ਕਿਉਂਕਿ ਰੋਡ ਦੇ ਉੱਤੇ ਕਈ ਸਾਈਨਸ ਇਹੋ ਜਿਹੇ ਨੇ ਜਿਨ੍ਹਾਂ ਦੇ ਲੋਕਾਂ ਨੂੰ ਉਹਦਾ ਮਤਲਬ ਨਹੀਂ ਪਤਾ ਹੁੰਦਾ। ਜਿੱਦਾਂ ਕਈ ਵਾਰ ਮੈਂ ਆਪਣੀ ਗੱਡੀ ਪਾਰਕ ਕਰ ਦਿੰਦਾ, ਉੱਥੇ ਨੋ ਪਾਰਕਿੰਗ ਦਾ ਬੋਰਡ ਲੱਗਾ ਸੀ, ਬਟ ਮੈਨੂੰ ਨਹੀਂ ਪਤਾ ਕਿ ਉਹਦਾ ਮਤਲਬ ਕੀ ਹੈ। ਮੈਂ ਉੱਥੇ ਗੱਡੀ ਪਾਰਕ ਕਰਤੀ, ਹੁਣ ਉਹ ਗੱਡੀ ਉੱਥੇ ਟੋ ਹੋ ਜਾ ਕੇ ਲੈ ਜਾਂਦੇ ਆ। ਜੇ ਮੈਨੂੰ ਪਤਾ ਹੁੰਦਾ ਕਿ ਉਹਦਾ ਮਤਲਬ ਇਹ ਹੈ ਕਿ ਨੋ ਪਾਰਕਿੰਗ, ਤਾਂ ਮੈਂ ਉੱਥੇ ਗੱਡੀ ਨਹੀਂ ਪਾਰਕ ਕਰਦਾ ਨਾ। ਅਤੇ ਇਸ ਕਰਕੇ ਸਾਨੂੰ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ। ਰੋਡ ਸਾਈਨ ਆਪਾਂ ਇੱਥੇ ਵੀ ਬੱਚਿਆਂ ਨੂੰ, ਜਿਹੜੇ ਫੀਮੇਲਸ ਆਉਂਦੇ ਨੇ, ਹਰ ਕਿਸੇ ਨੂੰ ਆਪਾਂ ਰੋਡ ਸਾਈਨ ਜ਼ਰੂਰ ਦੱਸਦੇ ਹਾਂ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਰੋਡ ਸਾਈਨ ਦਾ ਮਤਲਬ ਕੀ ਹੈ, ਉਹ ਕਿੰਨੇ ਤਰ੍ਹਾਂ ਦੇ ਨੇ। ਇੱਥੇ ਤੁਸੀਂ ਦੇਖ ਵੀ ਰਹੇ ਹੋ ਸਾਡੇ ਰੋਡ ਸਾਈਨਸ ਲੱਗੇ ਹੋਏ ਨੇ, ਜਿੱਦਾਂ ਨੋ ਪਾਰਕਿੰਗ ਦਾ ਬੋਰਡ ਹੈ, ਇਹ ਬੋ ਡਾਇਰੈਕਸ਼ਨ ਪ੍ਰੋਹਿਬਿਟਡ, ਮਤਲਬ ਕਿ ਦੋਨੋਂ ਸਾਈਡ ਤੋਂ ਜਾਣਾ ਮਨਾ ਹੈ। ਇਹ ਸਾਰੇ ਰੋਡ ਸਾਈਨਸ ਇਹ ਹੋਣੇ ਬਹੁਤ ਜ਼ਰੂਰੀ ਨੇ। ਦੂਜੀ ਗੱਲ ਇਹ ਹੈ, ਇਹ ਹੰਪ ਐਂਡ ਡੰਪ ਹੈ,
ਉਹ ਸਪੀਡ ਲਿਮਿਟ ਹੈ, ਇਹਦਾ ਮਤਲਬ ਹੁੰਦਾ ਸਪੀਡ ਲਿਮਿਟ। ਇਹ ਸਾਰੇ ਜਿੰਨੇ ਵੀ ਸਾਇੰਸ ਇਹ ਪਤਾ ਹੋਣੇ ਜ਼ਰੂਰੀ ਹੈ। ਉਹਦਾ ਮਤਲਬ ਹੁੰਦਾ ਨੋ ਐਂਟਰੀ, ਆਪਾਂ ਹੁਣ ਅੱਗੇ ਨਹੀਂ ਜਾ ਸਕਦੇ ਆ। ਅਤੇ ਇਹ ਸਾਰੇ ਸਾਇੰਸ ਸਾਨੂੰ ਪਤਾ ਹੋਣੇ ਚਾਹੀਦੇ ਆ, ਜਿਹਦੇ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਰੋਡ ਦੇ ਵਿੱਚ ਗੱਡੀ ਚਲਾਉਣ ਦੇ ਟਾਈਮ। ਸੋ ਸਾਡੇ ਨਾਲ ਹੋਂਡਾ ਤੋਂ ਜਿਹੜੇ ਪੰਕਜ ਜੀ ਮੌਜੂਦ ਸਨ, ਜਿਨ੍ਹਾਂ ਨੇ ਟੂ ਵੀਲਰ ਬਾਰੇ ਜਿਹੜੀਆਂ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਜਿਹੜਾ ਉਹ ਹੈਲਮਟ ਪਾਉਣਾ ਜਿਹੜਾ ਲਾਜ਼ਮੀ ਹੈ। ਸੋ ਹੈਲਮਟ ਦੀ ਅਸੀਂ ਗੱਲ ਕਰ ਲਈਏ, ਹੈਲਮਟ ਦੇ ਨਾਲ ਕਈ ਜ਼ਿੰਦਗੀਆਂ ਜਿਹੜੀਆਂ ਉਹ ਬਚਦੀਆਂ ਅਸੀਂ ਦੇਖੀਆਂ, ਅਤੇ ਹੈਲਮਟ ਨਾ ਪਾਉਣ ਕਰਕੇ ਕਈ ਪਰਿਵਾਰ ਅਸੀਂ ਉੱਜੜਦੇ ਵੀ ਦੇਖੇ ਆ। ਸੋ ਜਦੋਂ ਕਿਤੋਂ ਤੁਸੀਂ ਘਰ ਦੇ ਵਿੱਚੋਂ ਬਾਹਰ ਨਿਕਲੋ, ਸਭ ਤੋਂ ਪਹਿਲਾਂ ਜਿਹੜਾ ਹੈ ਉਹ ਹੈਲਮਟ ਪਾਉਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕਾਨੂੰਨ ਵੀ ਇਹਦੇ ਵਾਸਤੇ ਤਾਂ ਹੀ ਬਣਿਆ, ਹੈਲਮਟ ਦੇ ਕਾਰਨ ਜਿਹੜੀ ਹੈ ਤੁਹਾਡੀ ਜਾਨ ਹੈ ਉਹ ਬਚ ਸਕਦੀ ਹੈ। ਤੁਸੀਂ ਦੇਖ ਰਹੇ ਹੋ 10 ਸਿਟੀ ਹੈਡਲਾਈਨਸ। ਮੈਂ ਤੁਹਾਡਾ ਦੋਸਤ ਗਗਨ ਸਮਾਦ, ਨਾਲ ਕੈਮਰਾਮੈਨ ਪ੍ਰਿੰਸ ਕੁਮਾਰ।